ਹੈਲੋ एवरीवन ਅੱਜ ਦੇ ਆਪ ਲੈਕਚਰ 'ਚ ਆਪਾਂ ਗੱਲ ਕਰਾਂਗੇ ਰੀਡਿੰਗ ਵਿਦ ਦ ਪਰਪਸ। ਪਿਛਲੇ ਲੈਕਚਰ 'ਚ ਆਪਾਂ ਗੱਲ ਕੀਤੀ ਸੀ ਮਾਡਲਸ ਆਫ ਰੀਡਿੰਗ ਬਾਰੇ, ਜਿਸ 'ਚ ਆਪਣੇ ਕੋਲ 2 ਮਾਡਲਸ ਸੀ। ਤੁਸੀਂ ਉਹ ਵਾਲੀ ਵੀਡੀਓ ਪਿੱਛੇ ਜਾ ਕੇ ਦੇਖ ਸਕਦੇ ਹੋ। ਅੱਜ ਆਪਾਂ ਗੱਲ ਕਰਾਂਗੇ ਰੀਡਿੰਗ ਵਿਦ ਦ ਪਰਪਸ। ਦ ਮੋਸਟ ਇੰਪੋਰਟੈਂਟ ਥਿੰਗ ਟੂ ਸੈਟਲ ਇਨੀਸ਼ੀਅਲੀ ਸਿੰਪਲੀ ਵਾਈ ਅ ਪਾਰਟਿਕੂਲਰ ਮੈਸੇਜ ਇਜ਼ ਬੀਇੰਗ ਰੀਡ। ਕੋਈ ਵੀ ਚੀਜ਼ ਅਸੀਂ ਆਪਾਂ ਪੜ੍ਹ ਰਹੇ ਹਾਂ ਉਹਦਾ ਮੈਸੇਜ ਕੀ ਆ, ਅਸੀਂ ਪੜ੍ਹ ਕਿਉਂ ਰਹੇ ਹਾਂ। ਅਗਰ ਅਸੀਂ ਇਹ ਬੁੱਕ ਪੜ੍ਹ ਰਹੇ ਹਾਂ ਤਾਂ ਸਾਡਾ ਇਹਦੇ ਵਿੱਚ ਇਹ ਪਰਪਸ ਹੈ ਕਿ ਅਸੀਂ ਕੱਲ੍ਹ ਨੂੰ ਇਹਦਾ ਪੇਪਰ ਦੇਣਾ, ਠੀਕ ਹੈ। ਅਗਰ ਅਸੀਂ ਕੋਈ ਵੀ ਕਾਮਿਕ ਬੁੱਕ ਪੜ੍ਹ ਰਹੇ ਹਾਂ ਤਾਂ ਦੈਟ मतलब कि ਅਸੀਂ ਉਹਦੇ ਲਈ ਕੀ ਕਰਨਾ ਹੈ ਕਿ ਉਹ ਹਾਸੇ ਵਾਸਤੇ ਪੜ੍ਹ ਰਹੇ ਹਾਂ, ਜਸਟ ਠੀਕ ਹੈ, ਜਸਟ ਫॉर ਫਨ। ਉਹਦਾ ਕੋਈ ਮਤਲਬ ਨਹੀਂ ਆ। ਸੋ ਅਸੀਂ ਡਿਟੇਲ 'ਚ ਪੜ੍ਹਨ ਦੀ ਕੋਈ ਲੋੜ ਨਹੀਂ ਹੈ, ਬਿਕਾਜ਼ ਸਾਨੂੰ ਉਹਦੇ ਲਈ ਸਿਰਫ ਹੱਸਣ ਲਈ, ਫਨ ਲਈ ਚਾਹੀਦਾ, ਠੀਕ ਹੈ। ਸੋ ਡਿਫਰੈਂਟ ਕਾਈਂਡਸ ਆਫ ਟੈਕਸਟ ਆਰ ਰੈਡ ਫॉर ਡਿਫਰੈਂਟ ਪਰਪਸਿਸ। what matter most is the overall purpose of reading, ठीक है। सो ਇਹਦੇ ਵਿੱਚ ਇਹੋ ਹੀ ਦਿੱਤਾ ਹੋਇਆ ਹੈ, ਠੀਕ ਹੈ, ਕਿ an engineering student has to read and interpret textbook because he have to give the paper reference material ਉਹਨੇ ਤਾਂ ਲੈਣਾ ਕਿਉਂਕਿ ਉਹਨੇ ਪੇਪਰ ਦੇਣਾ ਕੱਲ ਨੂੰ। ਸੋ ਉਸ ਹਿਸਾਬ ਨਾਲ, ਜਿਸ ਹਿਸਾਬ ਨਾਲ ਜੋ ਸਾਡਾ ਪਰਪਸ ਹੋਏਗਾ ਪੜ੍ਹਨ ਦਾ, ਉਸ ਹਿਸਾਬ ਨਾਲ ਸਾਡੀ ਰੀਡਿੰਗ ਹੋਏਗੀ, ਠੀਕ ਹੈ। ਇਫੈਕਟਿਵ ਰੀਡਿੰਗ ਹੋਏਗੀ, ਐਫੀਸ਼ੀਐਂਟ ਰੀਡਿੰਗ ਹੋਏਗੀ ਜਾਂ ਫਿਰ ਇਨਐਫੀਸ਼ੀਐਂਟ ਰੀਡਿੰਗ ਹੋਊਗੀ। ਐਫੀਸ਼ੀਐਂਟ ਰੀਡਿੰਗ ਕਦੋਂ ਹੋਊਗੀ? ਜਦੋਂ ਦ ਲੈਂਗੁਏਜ ਆਫ ਟੈਕਸਟ ਇਜ਼ ਕੰਪਰੀਹੈਂਸਿਬਲ, ਮਤਲਬ ਕਿ ਸਾਨੂੰ ਟੈਕਸਟ ਦਾ ਜੋ ਵੀ ਲੈਂਗੁਏਜ ਹੈ ਉਹ ਸਾਨੂੰ ਅੰਡਰਸਟੂਡ ਹੈਗੀ ਆ। ਕੰਪਰੀਹੈਂਸਿਬਲ ਮਤਲਬ, ਕੰਪਰੀਹੈਂਸ਼ਨ ਮਤਲਬ ਅੰਡਰਸਟੂਡ। ਜੋ ਵੀ ਸਾਡੀ ਲੈਂਗੁਏਜ ਹੈ ਟੈਕਸਟ ਦੀ, ਜਿਸ ਵੀ ਲੈਂਗੁਏਜ ਆ, ਸਾਨੂੰ ਅਗਰ ਅੰਡਰਸਟੂਡ ਹੈ ਦੈਟ ਮੀਨਸ ਇਟਸ ਕੰਪਰੀਹੈਂਸਿਬਲ, ਠੀਕ ਹੈ। ਦ ਲੈਂਗੁਏਜ ਇਨਐਫੀਸ਼ੀਐਂਟ ਦੇ ਵਿੱਚ ਜਿਹੜੀ ਆ ਉਹ ਸਾਡੇ ਕੋਲ ਜਿਹੜੀ ਲੈਂਗੁਏਜ ਹੈਗੀ ਆ ਉਹ comprehensible नहीं होएगी, ठीक है। The content is accessible because of the reader familiarity with the content ਜਿਹੜਾ accessible ਹੈਗਾ ਆ ਕਿਉਂਕਿ ਜਿਹੜਾ ਬੰਦਾ ਪੜ੍ਹ ਰਿਹਾ ਹੈ ਉਹ ਇਸ ਜਿਹੜਾ ਟੈਕਸਟ ਤੋਂ ਫੈਮਿਲੀਅਰ ਹੈ ਪਹਿਲਾਂ ਵੀ। ਹੁਣ ਸਪੋਜ਼ ਕਰੋ ਕਿ ਅਸੀਂ ਇੰਗਲਿਸ਼ ਪੜ੍ਹ ਰਹੇ ਹਾਂ, ਅਸੀਂ ਪਹਿਲੇ ਇਹਦੇ ਲੈਕਚਰ ਟੌਪਿਕ ਪੜ੍ਹੇ ਹੋਏ ਆ ਐਂਡ ਵੀ ਆਰ ਫੈਮਿਲੀਅਰ ਵਿਦ ਦਿਸ ਟੈਕਸਟ ਨਾਓ। ਹੁਣ ਸਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਕੰਟੈਂਟ ਅਨਫੈਮਿਲੀਅਰ, ਹੁਣੇ ਮੈਂ ਤੁਹਾਨੂੰ, ਆਪਾਂ BSc ਕਰ ਰਹੇ ਹਾਂ ਤਾਂ ਮੈਂ BCom ਦੀ ਕੋਈ ਬੁੱਕ ਲਿਆ ਕੇ ਦੇ ਦਾਂ, ਸੋ ਸਾਡਾ ਜੋ ਕੰਟੈਂਟ ਆ ਅਸੀਂ ਉਸ ਕੰਟੈਂਟ ਤੋਂ ਅਨਫੈਮਿਲੀਅਰ ਆ, ਠੀਕ ਹੈ। ਅੰਟਿਲ ਐਂਡ ਅਨਲੈਸ ਅਸੀਂ ਬੈਕਗਰਾਊਂਡ ਉਸ ਸਬਜੈਕਟ ਦੀ ਨਹੀਂ ਆ। ਅਗਰ ਬੈਕਗਰਾਊਂਡ ਸਾਡੀ ਉਸ ਸਬਜੈਕਟ ਦੀ ਨਹੀਂ ਆ, ਸਪੋਜ਼ ਤੁਸੀਂ ਆਰਟਸ ਕੀਤੀ ਆ, ਹੁਣ ਮੈਂ ਤੁਹਾਨੂੰ ਮੈਡੀਕਲ ਦੀ ਬੁੱਕ ਲਿਆ ਕੇ ਫੜਾ ਦਾਂ, ਠੀਕ ਹੈ, ਬਾਇਓ ਫੜਾ ਦਾਂ, ਕੁਛ ਵੀ ਫੜਾ ਦਾਂ, ਤਾਂ ਤੁਹਾਨੂੰ ਸਮਝ ਨਹੀਂ ਆਏਗੀ ਬਿਕਾਜ਼ ਉਹ ਕੰਟੈਂਟ ਜਿਹੜਾ ਹੈ ਉਹ ਅਨਫੈਮਿਲੀਅਰ ਹੈਗਾ ਆ, ਤੁਹਾਨੂੰ ਉਹਦੀ ਨੌਲੇਜ ਨਹੀਂ ਹੈਗੀ ਕੋਈ ਵੀ ਪ੍ਰੀਵੀਅਸ, ਸੋ ਐਕਸਪੀਰੀਅੰਸ ਨਹੀਂ ਹੈਗਾ। ਉਸੇ ਤਰ੍ਹਾਂ ਰੀਡਿੰਗ ਜਿਹੜੀ ਹੈ ਐਫੀਸ਼ੀਐਂਟ ਦੇ ਵਿੱਚ ਸਾਡੀ ਫਾਸਟ ਹੁੰਦੀ ਆ ਕਿਉਂਕਿ ਸਾਨੂੰ ਸਮਝ ਹੁੰਦੀ ਆ ਅਸੀਂ ਕੀ ਪੜ੍ਹ ਰਹੇ ਹਾਂ, ਤੇ ਰੀਡਿੰਗ ਇਨਐਫੀਸ਼ੀਐਂਟ ਦੇ ਵਿੱਚ ਸਲੋ ਹੁੰਦੀ ਆ। ਤੇ ਰੀਡਰ ਇਜ਼ ਏਬਲ ਟੂ ਯੂਜ਼ ਡਿਫਰੈਂਟ ਸਟ੍ਰੈਟਜੀਜ਼ ਫॉर ਡਿਫਰੈਂਟ ਕਾਈਂਡ ਆਫ ਰੀਡਿੰਗ। ਮਤਲਬ ਹੁਣ ਇਹਨੂੰ ਆਹ ਚੀਜ਼ ਮੈਂ ਪੜ੍ਹੀ, ਮੈਨੂੰ ਪਤਾ ਇਹਦੇ ਵਿੱਚ ਕੀ ਲਿਖਿਆ, ਹੁਣ ਮੈਂ ਇਹਦਾ ਪੂਰਾ ਨਹੀਂ ਵੀ ਪੜ੍ਹੂੰਗੀ ਮੈਨੂੰ ਤਾਂ ਵੀ ਪਤਾ ਲੱਗ ਜੂਗੀ ਇਹਦੇ ਵਿੱਚ ਕੀ ਲਿਖਿਆ। ਸੋ ਇਹ ਐਫੀਸ਼ੀਐਂਟ ਰੀਡਿੰਗ ਹੁੰਦੀ ਆ ਕਿਉਂਕਿ ਅਸੀਂ ਪਹਿਲਾਂ ਉਸ ਚੀਜ਼ ਤੋਂ ਫੈਮਿਲੀਅਰ ਹੁੰਦੇ ਹਾਂ, ਠੀਕ ਹੈ। ਸੋ ਰੀਡਿੰਗ ਡਿਫਰੈਂਟ ਕਾਈਂਡ ਆਫ ਟੈਕਸਟ, ठीक है। ਹੁਣ डिफरेंट काइंड ऑफ टेक्स्ट ਨੂੰ ਕਿੱਦਾਂ ਪੜ੍ਹਨਾ ਹੈ? as determining the overall purpose of reading is very important. The reader should analyze the kind of text that he or she has to read. This will help him to identify appropriate reading strategy. He or she may have to read different kind of text with different purposes and varying levels of reading comprehension. The reading different kind ਸ਼ਾਰਟ ਸਟੋਰੀ ਟੂ ਸੀਰੀਅਸ ਡਿਸਕਸ਼ਨ ਅਬਾਊਟ ਦ ਲੇਟੈਸਟ ਡਿਵੈਲਪਮੈਂਟ ਇਨ ਨਿਊਕਲੀਅਰ ਫਿਜ਼ਿਕਸ। ਮਤਲਬ ਇਹ ਕਹਿੰਦਾ ਹੈ ਕਿ ਜਿਸ ਹਿਸਾਬ ਦਾ ਟੈਕਸਟ ਹੋਏਗਾ ਉਸ ਹਿਸਾਬ ਦੀ ਸਾਡੀ ਰੀਡਿੰਗ ਹੋਏਗੀ। ਜੋ ਵੀ ਟੈਕਸਟ ਹੋਏਗਾ ਉਸ ਹਿਸਾਬ ਨਾਲ ਅਸੀਂ ਪੜ੍ਹਾਂਗੇ। ਅਗਰ ਤਾਂ ਟੈਕਸਟ ਥੋੜਾ ਬਰੋਡਰ ਲੈਵਲ ਤੇ ਜਾਂਦਾ ਹੈ ਤਾਂ ਅਸੀਂ ਉਹਨੂੰ ਮੋਟੇ ਤਰੀਕੇ ਨਾਲ ਪੜ੍ਹਾਂਗੇ, ਅੱਛੀ ਤਰ੍ਹਾਂ ਪੜ੍ਹਾਂਗੇ ਤਾਂ ਕਿ ਸਾਨੂੰ ਸਮਝ ਆਵੇ। ਰੀਡਿੰਗ ਐਂਟਰਟੇਨਿੰਗ ਮੈਸੇजेस ਔਰ ਟੈਕਸਟ, ਵੀ ਮੇ ਰੀਡ ਐਂਟਰਟੇਨਿੰਗ ਮੈਸੇजेस ਔਰ ਟੈਕਸਟ ਜਸਟ ਫॉर ਰਿਲੈਕਸੇਸ਼ਨ। ਆਪਣੇ ਮਾਈਂਡ ਨੂੰ ਰਿਲੈਕਸ ਕਰਨ ਲਈ ਅਸੀਂ ਪੜ੍ਹਦੇ ਹਾਂ। ਸੋ ਉਹਦੇ ਵਿੱਚ ਸਾਡੀ ਕੋਈ ਇੰਟੈਲੀਜੈਂਸ ਨਹੀਂ ਲੱਗਦੀ, ਅਸੀਂ ਜਸਟ ਉਹਨੂੰ ਰੀਡ ਕਰਦੇ ਹਾਂ, ਠੀਕ ਹੈ। ਫॉर एग्जांपल व्हेन वी रीड अ शॉर्ट स्टोरी और a gossip about film actors, the purpose is not to achieve a serious information. ਸਾਨੂੰ ਉਹਦੀ ਇਨਫੋਰਮੇਸ਼ਨ ਦੀ ਕੋਈ ਲੋੜ ਨਹੀਂ ਹੁੰਦੀ, ਨਾ ਸਾਨੂੰ ਚਾਹੀਦੀ ਆ, ਨਾ ਸਾਨੂੰ ਅੱਗੇ ਕੰਮ ਆਉਣੀ ਹੈ। ਜਸਟ ਫॉर एंटरटेनमेंट ਅਸੀਂ ਉਸ ਚੀਜ਼ ਨੂੰ ਪੜ੍ਹਦੇ ਹਾਂ, ਠੀਕ ਹੈ। ਰੀਡਿੰਗ ਜਰਨਲ ਮੈਸੇਜ ਔਰ ਟੈਕਸਟ, we may read journal message or text such as newspaper, magazine to improve our journal awareness. मतलब GK journal knowledge ਵਧਾਉਣ ਲਈ ਅਸੀਂ ਚੀਜ਼ਾਂ ਪੜ੍ਹਦੇ ਹਾਂ। ਸੋ ਅਸੀਂ ਉਸ ਲੈਵਲ ਨਾਲ ਪੜ੍ਹਾਂਗੇ। ਅਗਰ ਤਾਂ ਸਾਨੂੰ ਬਹੁਤ ਜ਼ਰੂਰਤ ਹੈ ਕਿ ਅਸੀਂ ਪੇਪਰ ਦੇਣਾ ਤਾਂ ਸਾਨੂੰ ਜਰਨਲ ਨੌਲੇਜ ਦੀ ਬਹੁਤ ਜ਼ਰੂਰਤ ਹੈ, ਅਸੀਂ ਪੂਰਾ ਡੀਪ ਹੋ ਕੇ ਪੜ੍ਹਾਂਗੇ, ਧਿਆਨ ਨਾਲ ਪੜ੍ਹਾਂਗੇ, ਉਸ ਚੀਜ਼ ਨੂੰ ਰਿਮੈਂਬਰ ਕਰਕੇ ਪੜ੍ਹਾਂਗੇ। ਪਰ ਅਗਰ ਸਾਨੂੰ ਲੋੜ ਨਹੀਂ ਆ ਤਾਂ ਅਸੀਂ ਜਸਟ ਵੈਸੇ ਪੜ੍ਹ ਰਹੇ ਹਾਂ ਕਿ ਸਾਨੂੰ ਸਾਡੀ ਅਵੇਅਰਨੈਸ ਰਵੇ, ਸੋ ਅਸੀਂ ਉਹਨੂੰ ਇੱਦਾਂ ਪੜ੍ਹਾਂਗੇ ਸਿੰਪਲੀ, ਠੀਕ ਹੈ। ਤਾਂ ਮੇਨ ਪਰਪਸ ਆਫ ਸਚ ਰੀਡਿੰਗ ਇਜ਼ ਟੂ ਬ੍ਰੋਡਨ ਅਰ ਆਊਟਲੁੱਕ ਐਂਡ ਵਾਈਡਨ ਅਰ ਇੰਟੈਲੈਕਚੁਅਲ ਅੰਡਰਸਟੈਂਡਿੰਗ, ਠੀਕ ਹੈ। ਨਾਓ ਰੀਡਿੰਗ ਰੈਫਰੈਂਸ ਮਟੀਰੀਅਲਸ। ਹੁਣ ਅਸੀਂ ਰੈਫਰੈਂਸ ਮਟੀਰੀਅਲ ਕੋਈ ਵੀ ਪੜ੍ਹਦੇ ਹਾਂ, ਸਪੋਜ਼ ਤੁਸੀਂ ਇਹ ਬੁੱਕ ਪੜ੍ਹ ਰਹੇ ਹੋ, ਉਹਦੇ ਲਈ ਤੁਸੀਂ ਰੈਫਰੈਂਸ ਬੁੱਕ ਲਈ ਹੋਈ ਹੈ ਜਿਹਦੇ ਵਿੱਚ ਬ੍ਰੋਡਰ ਡਿਟੇਲ ਦੇ ਵਿੱਚ ਇਹ ਚੀਜ਼ਾਂ ਦਿੱਤੀਆਂ ਹੋਈਆਂ।
सो रैफरेंस मटीरियल हुण तुसीं ये पढ़ रहे हो रीडिंग रैफरेंस मटीरियल्स, ठीक है। हुण इहदी अगर ब्रॉडर डिटेल किसी होर बुक च दित्ती होएगी तो तुसीं सीधा उस पेज ते जाओगे। अगर मैं ईजी एग्जाम्पल देवां डिक्शनरी, ठीक है, अजकल तो डिक्शनरी असीं वरतदे नहीं, बट पहला डिक्शनरी इज़ वेरी इंपॉर्टेंट। डिक्शनरी असीं कोई भी वर्ड सानूं समझ नहीं आया, असीं सीधा जे क्विकली समझ नहीं आया सीधा क्यू ते जावांगे, क्यू तो बाद क्यू तो कई वर्ड होणगे, क्यू तो बाद ए होएगा, ए असीं ए नहीं चाहिदा, सानूं यू चाहिदा, असीं सीधा यू ते जावांगे। इस तरह असीं अपने वर्ड नूं आइडेंटिफाई करांगे, ठीक है। सो रीडिंग बिजनेस डॉक्यूमेंट्स, so they're reading different kind of business documents such as business and project reports, memos, email messages requires a complete attention because ਅਸੀਂ business ਦੇ related ਕੋਈ ਵੀ ਚੀਜ਼ ਪੜ੍ਹ ਰਹੇ ਹਾਂ, ਸਾਨੂੰ ਉਹਦੇ ਲਈ ਕੰਪਲੀਟ ਅਟੈਂਸ਼ਨ ਚਾਹੀਦੀ ਹੈ, ਸਾਡੀ ਪੂਰੀ ਕੰਸਨਟ੍ਰੇਸ਼ਨ ਹੋਣੀ ਚਾਹੀਦੀ ਹੈ, ਇਨਵੋਲਵਮੈਂਟ ਹੋਣੀ ਚਾਹੀਦੀ ਹੈ ਤੇ ਰਿਸਪੌਂਸਿਬਿਲਿਟੀ ਹੋਣੀ ਚਾਹੀਦੀ ਹੈ ਬਿਕਾਜ਼ ਇਟ ਇਜ਼ ਅ ਬਿਜ਼ਨਸ ਡੀਲ। So reading scientific and technical text. Reading scientific and technical text is a complex and multifaceted process. Okay, complex process. As we are concerned with the subject content of what we are reading, as well as the language in which it is expressed, we should try to understand not only the linguistic and semantic patterns, linguistic matlab languages, but also discipline specific information. Okay, so how we can understand comprehension of linguistic मतलब understanding of a language, ठीक है। semantic patterns जो चीज़ उस ਜਿਹੜੇ semantic patterns ਕੀ ਹੁੰਦੇ ਆ, ਜਿਹੜੀ ਵੀ ਅਸੀਂ ਚੀਜ਼ ਪੜ੍ਹ ਰਹੇ ਹਾਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਪੈਟਰਨ ਯੂਜ਼ ਹੋਏ ਆ, ਜਿਹੜਾ author ਆ ਉਹ ਕਿਸ ਤਰ੍ਹਾਂ ਨਾਲ ਚੱਲ ਰਿਹਾ, ਠੀਕ ਹੈ, ਉਹ ਵੀ ਬਹੁਤ ਇੰਪੋਰਟੈਂਟ। ਨਾਓ ਐਕਟਿਵ ਐਂਡ ਪੈਸਿਵ ਰੀਡਿੰਗ। Reading is not merely a passive process of observing the message encoded in the printed words, but a dynamic communicative process in which the reader approaches the text for a particular reason. कहते reading is not merely a process कि ਅਸੀਂ कोई भी चीज़ आ कोई भी मैसेज आया ਅਸੀਂ ਉਹਨੂੰ ਸਿਰਫ ਅਨਕੋਡ ਕਰ ਰਹੇ ਹਾਂ ਆਪਣੇ ਪੜ੍ਹਨ ਲਈ, ਬਟ ਇੱਕ ਪਰਟੀਕੂਲਰ ਮੈਸੇਜ ਅਸੀਂ ਸਾਨੂੰ ਅਪਰੋਚ ਵੀ ਕਰਨਾ ਹੁੰਦਾ। ਯੂ ਨੀਡ ਟੂ ਬੀ ਐਨ ਐਕਟਿਵ ਰੀਡਰ ਰੈਦਰ ਦੈਨ ਅ ਪੈਸਿਵ ਵਨ। ਅਸੀਂ ਪੜ੍ਹਾਂਗੇ ਐਕਟਿਵ ਰੀਡਿੰਗ ਕੀ ਹੁੰਦੀ ਹੈ ਤੇ पैसिव रीडिंग की होंगी है। एक्टिव रीडिंग मतलब एज ए नेम सजेक्ट्स, एक्टिव मीनस असी एक्टिवली उस चीज़ वाल इंगेज हाँ, असी पढ़ रहे हैं, ध्यान नाल पढ़ रहे हैं, ठीक है। सो एक्टिव रीडिंग एंड पैसिव रीडिंग, व्हाट आर द डिफरेंस? जो रीडर है दैट विल पे अ फुल अटेंशन टू बोथ कंटेंट ते स्टाइल। कंटेंट मीनस जो चीज़ गिवन है वो की है, ठीक है। स्टाइल किस स्टाइल ਦੇ ਵਿੱਚ ਇਹ ਚੀਜ਼ ਨੂੰ ਦਿੱਤਾ ਹੋਇਆ ਹੈ। ਦ ਰੀਡਰ ਪੇ ਅਟੈਂਸ਼ਨ ਟੂ ਈਦਰ ਕੰਟੈਂਟ ਔਰ ਸਟਾਈਲ, ਜਾਂ ਤਾਂ ਉਹ ਕੰਟੈਂਟ ਵੇਖੇਗਾ ਤੇ ਜਾਂ ਸਿਰਫ ਸਟਾਈਲ ਦੇਖੇਗਾ। ਸੋ ਰੀਡਰ ਐਕਟਿਵ ਦੇ ਵਿੱਚ ਦ ਰੀਡਰ ਇੰਟਰਪ੍ਰੈਟਸ ਐਂਡ ਐਨਾਲਾਈਜ਼ਸ what he or she reads in order to understand both explicit as well as implicit meaning। explicit मतलब exterior ਤੇ implicit मतलब interior, मतलब ਬਾਹਰਲੇ ਤੇ ਅੰਦਰਲੇ ਦੋਵੇਂ मीनिंग ਉਸ ਰਿਟਨ ਮੈਸੇਜ ਦੇ ਉਹ ਸਮਝਣ ਦੀ ਕੋਸ਼ਿਸ਼ ਕਰੇਗਾ। ਪਰ ਇਹ ਪੈਸਿਵ ਵਾਲੇ ਚੋਂ ਸਿਰਫ एनालाइज कुछ नहीं करेगा, बट वो सिर्फ पढ़ी जाऊगा उन्होंने, ठीक है, जस्ट फॉर द सेक ऑफ रीडिंग, अंडरस्टैंडिंगली नहीं। द रीडर प्रेडिक्ट्स एंड रिस्पॉन्स टू कंटेक्ट, प्रेडिक्ट करेगा भी ये की हो सकता है और रिस्पॉन्ड भी करेगा। रीडर अटेंशन करेगा पे, ठीक है। द रीडर डिफरेंशिएट बिटवीन आइडियाज़, ओपीनियन, फीलिंग्स, वो अपने आइडियाज़ नूं भी रखेगा कि इत्थे ऑथर गलत है, इत्थे ऑथर सही है, ठीक है, अपने व्यूज़ भी रखेगा। पर पैसे वाले च रीडर नूं कोई फर्क नहीं पैंदा, ठीक है, वो जस्ट पढ़ रहे हैं, उन्होंने कोई अटेंशन की लोड़ नहीं है। द रीडर इन्फर्स द मीनिंग ऑफ अनफेमिलियर वर्ड्स फ्रॉम द कंटेक्चुअल और इंटरनल क्लूज। ਜਿਹੜਾ रीडर आ पढ़ते पढ़ते अगर उन्होंने कोई वर्ड नहीं समझ आया तो फिर दोबारा तो उस लाइन वाल जाएगा तो समझेगा, वो इंटरनल मतलब नूं समझेगा भी लाइन च कहना की जा रहा है, फिर वो मतलब नूं समझ लेगा, बट ये कोई फर्क नहीं पैंदा, ठीक है। उसी तरह अगला भी हैगा द रीडर आइडेंटिफाइज एंड इवैल्यूएट्स राइटर्स एटीट्यूड। वो राइटर के एटीट्यूड नूं समझेगा। इनफ्रेंस कंक्लूजन मतलब वो कंक्लूड निकालेगा भी ये सारे है की, ठीक है। दस एक्टिव रीडिंग इज एन इंटरैक्टिव एंड प्रोडक्टिव। It facilitates proper interaction and produces new understanding. It promotes more effective encoder-decoder relationship। मतलब कि एक्टिव रीडिंग बेस्ट है क्योंकि एक्टिव रीडिंग इंपॉर्टेंट है। एक्टिव रीडिंग में सानू टैक्स्ट की समझ आ जाती है, ठीक है। हुण नैक्सट असी करांगे रीडिंग स्पीड। असी नैक्सट लैक्चर दे विच करांगे दैट इज़ आर रीडिंग स्पीड की स्पीड किद्दां दी होनी चाहिए। फिर साडा एक टॉपिक खत्म हो जाता है, आगे साडी रीडिंग स्ट्रैटेजीज असी शुरू करांगे। अभी छोटा आई विल कंप्लीट दिस। रीडिंग स्पीड जिहड़ी आ वो बंदे दी इंटरनल हुंदी आ कि उहनूं किद्दां समझ आंदा। एज वी हैव टू रीड बोथ एक्सटेंसिवली एज वेल इंटेंसिवली, वी कैन नॉट अफोर्ड टू रीड स्लोली। एक्सटेंसिव रीडिंग इज मस्ट टू ब्रॉडन अ जर्नल अंडरस्टैंडिंग। एक्सटेंसिव रीडिंग मतलब कि जर्नल अंडरस्टैंडिंग नूं ब्रॉडर करना, तो इंटेंसिव रीडिंग इज रिक्वायर्ड टू गेट इन डेप्थ नॉलेज। एक्सटेंसिव रीडिंग जस्ट मतलब कि असी जर्नल नॉलेज वधाउणी आ,
ਹੁਣ ਅਗਰ ਮੈਂ ਗੱਲ ਕਰ ਰਹੀ ਹਾਂ ਕਿ ਵਾਟ ਆਰ ਦ ਟੌਪਿਕਸ ਆਫ ਰਾਈਟਿੰਗ, ਤੇ ਟੌਪਿਕਸ ਆਫ ਰਾਈਟਿੰਗ ਦੇ ਵਿੱਚ ਮੇਨ ਜਿਹੜੀ ਸਬ ਹੈਡਿੰਗਸ ਆ ਮੈਂ ਸਿਰਫ ਉਹਨਾਂ ਨੂੰ ਪੜ੍ਹ ਰਹੀ ਹਾਂ ਤੇ ਆਈ ਐਮ ਡੂਇੰਗ ਐਕਸਟੈਂਸਿਵ ਰੀਡਿੰਗ। ਇੰਟੈਂਸਿਵ ਰੀਡਿੰਗ ਕਿ ਉਹਨਾਂ ਦੇ ਜਿਹੜੇ ਸਬ ਪੁਆਇੰਟਸ ਵੀ ਆ ਉਹਨਾਂ ਦੇ ਵਿੱਚ ਵੀ ਜਾ ਕੇ ਮੈਂ ਪੜ੍ਹ ਰਹੀ ਹਾਂ, ਉਹਦੀ ਡੈਪਥ ਵਿੱਚ ਜਾ ਕੇ ਉਹਦੇ ਅੱਗੇ ਸਬ ਪਾਰਟਸ ਪੜ੍ਹ ਰਹੀ ਹਾਂ, ਦੈਟ ਇਜ਼ ਇੰਟੈਂਸਿਵ ਰੀਡਿੰਗ, ਕਿਉਂਕਿ ਉਹਦੇ ਵਿੱਚ ਹੋਰ ਮੋਰ ਡਿਟੇਲ ਆ ਜਾਂਦੀ ਹੈ। ਠੀਕ ਹੈ, ਸੋ ਇਹਦੇ ਵਿੱਚ ਇਹੋ ਹੀ ਆ, ਇਹਦੇ ਵਿੱਚ ਕੁਝ ਫਰਦਰ ਜ਼ਿਆਦਾ ਹੈ ਨਹੀਂ, ਇਹ ਕਰਨ ਦੀ ਲੋੜ ਨਹੀਂ। ਉਸ ਤੋਂ ਬਾਅਦ ਸਾਡਾ ਨੈਕਸਟ ਆਏਗਾ ਰੀਡਿੰਗ ਸਟ੍ਰੈਟਜੀ, ਦਿਸ ਵਿਲ ਡੂ ਇਨ ਦ ਨੈਕਸਟ lecture. Till then, bye bye. Please like, subscribe my channel and share it to all your friends. Thank you. Have a nice day.